ਜੇ ਮੈਂ ਵੇਖਾਂ ਆਪਣੇ ਅਮਲਾਂ ਵੱਲੇ ਤਾਂ ਕੁਝ ਨਹੀਂ ਮੇਰੇ ਪੱਲੇ, ਤੇ ਜੇ ਮੈਂ ਵੇਖਾਂ ਉਸ ਦੀ ਰਹਿਮਤ ਵੱਲੇ ਤਾਂ ਫਿਰ ਬੱਲੇ 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 ਬੱਲੇ। ਪਹਿਲੀ ਵਾਰ ਹੋਇਆ ਹੈ, ਕਦੀ ਵੀ ਪਹਿਲੀ ਵਾਰ ਹੋਇਆ ਕਿ ਕਿਸੇ ਸਟੇਟ ਦੀ ਟ੍ਰੈਜਰੀ ਨੂੰ ਆਰਬੀਆਈ ਨੇ ਬੰਦ ਕਰਤਾ। ਓਵਰਡਰਾਫਟ ਦਾ ਮਤਲਬ ਹੈ ਵੀ ਤੁਹਾਡੇ ਪੈਸੇ ਮੁੱਕ ਗਏ ਹੈ, ਹਰ ਦੂਜੇ ਦਿਨ ਤੁਹਾਨੂੰ ਰਿਜ਼ਰਵ ਬੈਂਕ ਕੋਲੇ ਫੇਰ ਕਰਜ਼ਾ ਲੈਣਾ ਪਿਆ ਸਟੇਟ ਚਲਾਉਣ ਵਾਸਤੇ। ਔਰ ਮੈਂ ਇਸ ਗੱਲ ਲਈ ਪੰਜਾਬ ਦੀ ਜਨਤਾ ਦਾ, ਮੈਂ ਕਾਂਗਰਸ ਪਾਰਟੀ ਦਾ ਅਤੇ ਮੈਂ ਸੀਐਮ ਕੈਪਟਨ ਅਮਰਿੰਦਰ ਸਿੰਘ ਸਾਹਿਬ ਦਾ ਇਸ ਗੱਲ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ 5 ਸਾਲ ਇਹ ਜ਼ਿੰਮੇਵਾਰੀ ਜਿਹੜੀ ਹੈ ਇਹ ਮੈਨੂੰ ਦਿੱਤੀ। ਔਰ ਪੰਜਾਬ ਦੀ ਖਿਦਮਤ ਕਰਨਾ ਮੇਰੇ ਲਈ ਇੱਕ ਅਜ਼ੀਮ ਜ਼ਿੰਮੇਵਾਰੀ ਹੈ ਔਰ ਮੁਕੱਦਸ ਇਮਾਨਤ ਹੈ, ਜਿਹੜੀ ਕਿ ਇੱਕ ਖਾਸ ਮੁੱਦਤ ਵਾਸਤੇ ਮੈਨੂੰ ਦਿੱਤੀ ਗਈ ਹੈ। ਜਨਾਬ ਦੀਆਂ ਸਰਕਾਰ ਦੀ ਜੋ ਕੋਸ਼ਿਸ਼ਾਂ ਤੇ ਕਾਵਿਸ਼ਾਂ ਹੈ ਸਪੀਕਰ ਸਾਹਿਬ, ਉਹਨਾਂ 'ਚ ਜੋ ਸਾਨੂੰ ਕਾਮਯਾਬੀਆਂ ਤੇ ਹਸੂਲਯਾਬੀਆਂ ਪ੍ਰਾਪਤ ਹੋਈਆਂ ਉਹਦੇ ਤੇ ਮੈਨੂੰ ਰਸ਼ਕ ਹੈ। ਸਪੀਕਰ ਸਾਹਿਬ 2017 ਦੇ ਵਿੱਚ ਜਦੋਂ ਕੈਪਟਨ ਸਾਹਿਬ ਨੇ ਜ਼ਿੰਮੇਵਾਰੀ ਸੰਭਾਲੀ ਸੀ ਤਾਂ ਮੈਨੂੰ ਇਹ ਤਾਂ ਪਤਾ ਸੀ ਕਿ ਪੰਜਾਬ ਦੇ ਮਾਲੀ ਹਾਲਾਤ ਜਿਹੜੇ ਹੈ ਉਹ ਗੰਭੀਰ ਨੇ, ਪਰ ਸਾਡੇ ਵਹਿਮੋ ਗੁਮਾਨ 'ਚ ਵੀ ਇਹ ਗੱਲ ਨਹੀਂ ਸੀ ਕਿ ਹਾਲਾਤ ਜਿਹੜੇ ਹੈ ਉਹ ਇੰਨੇ ਕੁ ਸੰਗੀਨ ਹੈ। ਔਰ ਜੋ ਸਾਬਕਾ ਸਰਕਾਰ ਹੈ ਉਹਨਾਂ ਨੇ ਕਿਸ ਕਦਰ ਬਜਟ ਦੇ ਜਿਹੜੇ ਖਸਾਰੇ ਹੈ ਔਰ ਜਿਹੜੇ ਇਕਨੋਮਿਕ ਇੰਡੀਕੇਟਰਸ ਹੈ ਉਹਨਾਂ ਨੂੰ ਕਿਸ ਤਰ੍ਹਾਂ ਦਰਮ ਬਰਮ ਕੀਤਾ ਹੈ, ਇਹ ਸਾਡੇ ਵਹਿਮੋ ਗੁਮਾਨ 'ਚ ਵੀ ਨਹੀਂ ਸੀ। ਸਪੀਕਰ ਸਾਹਿਬ, ਪੁਰਾਣੇ ਜ਼ਮਾਨੇ 'ਚ ਜੰਗਾਂ ਲੜੀਆਂ ਜਾਂਦੀਆਂ ਸੀ ਕਿ ਲੋਕਾਂ ਨੂੰ ਗੁਲਾਮ ਬਣਾਉਣਾ ਹੈ। ਸਾਡੇ ਆਪਣੇ ਮੁਲਕ ਨੇ 200 ਸਾਲ ਦੀ ਗੁਲਾਮੀ ਹੰਢਾਈ ਹੈ ਔਰ ਅੱਜ ਦੇ ਦੌਰ ਦੇ ਵਿੱਚ ਕਿਸੇ ਵੀ ਕੌਮ ਨੂੰ ਕਰਜ਼ ਦੇ ਥੱਲੇ ਦਬਾ ਕੇ ਇਹ ਗੁਲਾਮੀ ਦੇ ਨਵੀਆਂ ਸ਼ਕਲਾਂ ਇਹ ਸਾਨੂੰ ਮੁਤਾਰਿਫ ਕਰਾਈਆਂ ਜਾ ਰਹੀਆਂ। ਲਿਹਾਜ਼ਾ ਮੈਂ ਪੰਜਾਬ ਸਰਕਾਰ ਦਾ ਵਜ਼ੀਰ ਹੋਣ ਦੇ ਇਤਬਾਰ ਨਾਲ ਅਤੇ ਇਸ ਹਾਊਸ ਦਾ ਨੁਮਾਇੰਦਾ ਹੋਣ ਦੇ ਇਤਬਾਰ ਨਾਲ ਮੈਨੂੰ ਸਪੀਕਰ ਸਾਹਿਬ ਪੰਜਾਬ ਦੀ ਚਿੰਤਾ ਰਹਿੰਦੀ ਹੈ ਔਰ ਸਾਡੇ ਅੱਜ ਦੇ ਅਮਲਾਂ ਦਾ ਸਾਡੀਆਂ ਅਗਲੀਆਂ ਨਸਲਾਂ ਤੇ ਕੀ ਅਸਰ ਪਊਗਾ, ਮੈਂ ਉਹਦਾ ਵੀ ਫਿਕਰਮੰਦ ਹੈ। ਸਪੀਕਰ ਸਾਹਿਬ, ਮੈਂ ਪਿਛਲੇ 4 ਸਾਲਾਂ 'ਚ ਇਹ ਯਕੀਨੀ ਬਣਾਇਆ ਕਿ ਜਿੰਨੇ ਵੀ ਪੰਜਾਬ ਸਰਕਾਰ ਦੇ ਮਹਿਕਮੇ ਹੈ ਉਹਨਾਂ ਦੀ ਆਮਦਨ ਤੇ ਉਹਨਾਂ ਦਾ ਖਰਚ ਜਿਹੜਾ ਹੈ ਉਹ ਬਜਟ ਦੇ ਅਸੂਲਾਂ ਤੇ ਕਾਰਬੰਦ ਰਵੇ। ਔਰ ਇਸ ਅਮਲ ਨਾਲ ਮੈਨੂੰ ਇੱਕ ਬੜਾ ਸਖਤਗੀਰ ਫਾਈਨੈਂਸ ਮਿਨਿਸਟਰ ਹੋਣ ਦਾ ਲਕਬ ਵੀ ਦਿੱਤਾ ਗਿਆ। ਮੈਂ ਉਸ ਦੀ ਮਾਫੀ ਮੰਗਦਾ, ਪਰ ਇਹ ਜ਼ਰੂਰੀਆਤ ਤੇ ਵਕਤ ਸੀ। ਸਪੀਕਰ ਸਾਹਿਬ, ਅੱਛੀ ਜਿਹੜੀ ਫਾਈਨੈਂਸ਼ੀਅਲ ਮੈਨੇਜਮੈਂਟ ਹੁੰਦੀ ਹੈ 80% ਉਹ ਅੱਛੇ ਤਰਜ਼ੇ ਅਮਲ ਨਾਲ ਹੁੰਦੀ ਹੈ ਤੇ 20% ਜਿਹੜੀ ਫਾਈਨੈਂਸ ਹੈ ਉਹ ਚੰਗੀ ਜਾਣਕਾਰੀ ਨਾਲ ਹੁੰਦੀ ਹੈ। ਤੁਸੀਂ ਕਿਤੇ ਵੀ ਬੁਰੇ ਅਮਲ ਨਾਲ ਅੱਛੀਆਂ ਖਬਰਾਂ ਪੈਦਾ ਨਹੀਂ ਕਰ ਸਕਦੇ। ਔਰ ਮੈਨੂੰ ਇੱਕ ਮਸ਼ਹੂਰ ਸ਼ਾਇਰ ਦੀਆਂ 2 ਸਤਰਾਂ ਯਾਦ ਆਈਆਂ। ਆਪ ਲਿਖਦੇ ਨੇ, ਜੋ ਯਕੀ ਕੇ ਰਾਹ पे चल पड़े उन्हें मंजिलों ने पनाह दी, जो यकी के राह पे चल पड़े उन्हें मंजिलों ने पनाह दी, जिन्हें वसवसों ने डरा दिया वो कदम कदम पे बहक गए। ਅਸੀਂ ਸਪੀਕਰ ਸਾਹਿਬ ਯਕੀਨ ਦੇ ਰਾਹ ਤੇ ਚੱਲੇ ਸੀ ਔਰ ਸਾਡੇ ਬਜ਼ੁਰਗਾਂ ਦੇ ਕੌਲ ਹੈ ਕਿ ਦੁਨੀਆ ਦੇ ਵਿੱਚ 3 ਕਿਸਮ ਦੇ ਬੰਦੇ ਹੁੰਦੇ ਆ, ਇੱਕ ਅਮੀਰ, ਇੱਕ ਗਰੀਬ ਤੇ ਇੱਕ ਤੀਜਾ ਤਬਕਾ ਹੁੰਦਾ ਹੈ ਜੋ ਅਮੀਰਾਂ ਦੇ ਦਸਤੇ ਨਜ਼ਰ ਹੁੰਦਾ ਹੈ। ਅਸੀਂ ਅਮੀਰ ਹੈ ਜਾਂ ਗਰੀਬ ਹੈ, ਕਈ ਵਾਰੀ ਸਪੀਕਰ ਸਾਹਿਬ ਇਹ ਹਾਲਾਤ ਤੇ ਮੁਯੱਸਰ ਹੁੰਦਾ ਹੈ, ਹਾਲਾਤ ਤੇ ਡਿਪੈਂਡ ਹੁੰਦਾ ਹੈ ਕਿ ਅਸੀਂ ਗਰੀਬ ਹੈ ਕਿ ਅਮੀਰ ਹੈ। ਪਰ ਜਿਹੜਾ ਤੀਜੇ ਜ਼ੁਮਰੇ 'ਚ ਆਉਣਾ ਕਿ ਅਸੀਂ ਅਮੀਰਾਂ ਦੇ ਦਸਤੇ ਨਜ਼ਰ ਹੋਵਾਂਗੇ, ਇੱਕ ਸ਼ਖਸੀ ਪਸੰਦ ਹੁੰਦੀ ਹੈ, ਇਹ ਪਰਸਨਲ ਚੋਇਸ ਹੁੰਦੀ ਹੈ। ਔਰ ਕਾਂਗਰਸ ਪਾਰਟੀ ਨੇ ਤਹੀਆ ਕੀਤਾ ਹੈ ਕਿ ਪੰਜਾਬ ਤੇ ਪੰਜਾਬੀ ਹਰਗਿਜ਼ ਕਿਸੇ ਵੀ ਸ਼ਕਲ ਦੇ ਵਿੱਚ ਇਸ ਤੀਜੇ ਜ਼ੁਮਰੇ 'ਚ ਕਦੇ ਨਹੀਂ ਆਉਣਗੇ। ਸਪੀਕਰ ਸਾਹਿਬ, ਮੈਂ ਅੱਜ ਕਾਂਗਰਸ ਪਾਰਟੀ ਦਾ ਜੋ ਅਜ਼ਮ ਹੈ ਇਹਨੂੰ ਵਾਜ਼ੇ ਤੌਰ ਤੇ ਇੱਕ ਵਾਰੀ ਫੇਰ ਇਸ ਹਾਊਸ ਦੇ ਵਿੱਚ ਦੁਹਰਾਉਣਾ ਚਾਹੁੰਦਾ ਔਰ ਇਹ ਸਾਫ਼-ਸਾਫ਼ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਦਾ ਤਹੀਆ ਹੈ ਕਿ ਪੰਜਾਬ ਦੀ ਜੋ ਗਵਾਚੀ ਹੋਈ ਅਜ਼ਮਤ ਹੈ ਉਹ ਅਜ਼ਮਤ ਨੂੰ ਬਹਾਲ ਕਰਨਾ ਹੈ ਔਰ ਇਹਦੇ ਲਈ ਅਸੀਂ ਜਦੋਜਹਿਦ ਵੀ ਕਰਾਂਗੇ ਤੇ ਠੋਸ ਕੋਸ਼ਿਸ਼ਾਂ ਵੀ ਕਰਾਂਗੇ। ਇਸ ਪਵਿੱਤਰ ਮਿੱਟੀ ਜਿਹੜੀ ਪੰਜਾਬ ਦੀ ਸਰਜ਼ਮੀਨ ਹੈ ਇਹ ਇਸ ਤੋਂ ਬਿਹਤਰ ਦੀ ਹੱਕਦਾਰ ਹੈ ਔਰ ਜਿਹੜੇ ਸਾਡੇ ਬਜ਼ੁਰਗ ਤੇ ਸਾਡੇ ਵੱਡ ਵਡੇਰੇ ਹੋਏ ਹੈ
ਉਹ ਇਦੋਂ ਵੀ ਬਿਹਤਰ ਦੇ ਹੱਕਦਾਰ ਹੈ। ਔਰ ਸਪੀਕਰ ਸਾਹਿਬ, ਮੈਂ ਇਸ ਹਾਊਸ ਦੇ ਵਿੱਚ ਕਹਿਣਾ ਚਾਹੁੰਦਾ ਕਿ ਪੰਜਾਬ ਦਾ ਵਕਾਰ ਜਿਹੜਾ ਹੈ ਉਹਨੂੰ ਬਹਾਲ ਕਰਨਾ ਹੈ ਕਾਂਗਰਸ ਪਾਰਟੀ ਨੇ, ਔਰ ਇਸ ਰਸਤੇ ਦੇ ਵਿੱਚ ਜੋ ਵੀ ਕੁਰਬਾਨੀ ਦੇਣੀ ਪਈ ਅਸੀਂ ਕੁਰਬਾਨੀ ਦੇਣ ਨੂੰ ਤਿਆਰ ਹੈ, ਅਸੀਂ ਉਹ ਖਮਿਆਜ਼ਾ ਭੁਗਤਣ ਨੂੰ ਤਿਆਰ ਹੈ, ਪਰ ਅਸੀਂ ਪੰਜਾਬ ਦੇ ਵਕਾਰ ਤੇ ਕਿਤੇ ਹਰਫ ਨਹੀਂ ਆਉਣ ਦੇਵਾਂਗੇ। ਔਰ ਇਸ ਮੌਕੇ ਤੇ ਸਪੀਕਰ ਸਾਹਿਬ ਮੈਨੂੰ ਇੱਕ ਲਾਰਡ ਮਕੌਲੇਜ਼ ਇੱਕ ਲੇਜ਼ ਆਫ ਐਂਸ਼ੀਐਂਟ ਰੋਮ ਤੇ ਉਹਦੇ ਵਿੱਚ ਟਾਈਬਰ ਨਦੀ ਦੀ ਲੜਾਈ ਦਾ ਇੱਕ ਮਸ਼ਹੂਰ ਮੰਜ਼ਰ ਮੈਂ ਉਹਦੀ ਨਕਲ ਕਰ ਰਿਹਾ ਤੇ ਉਹ ਲਿਖਦਾ ਹੈ, then out spake brave Horatius, the captain of the gate, to every man upon this earth death cometh soon or late, and how can a man die better than facing fearful odds for the ashes of his father and the temples of his gods। फिर गेट के कप्तान बहादुर होरेशियस ने मजमे ਨੂੰ खिताब करते होया ਕਿਹਾ कि रूए ਜ਼ਮੀਨ ਤੇ ਜੋ ਵੀ ਇਨਸਾਨ ਆਉਂਦੇ ਹੈ ਉਸ ਨੂੰ ਦੇਰ ਸਵੇਰ ਮੌਤ ਤਾਂ ਆਉਣੀ ਹੈ, ਪਰ ਇਦੋਂ ਬਿਹਤਰ ਮੌਤ ਕੀ ਹੋ ਸਕਦੀ ਹੈ ਕਿ ਇਨਸਾਨ ਆਪਣੇ ਬਜ਼ੁਰਗਾਂ ਦੀ ਅਸਤੀਆਂ ਤੇ ਆਪਣੇ ਦੇਵਤਿਆਂ ਦੇ ਮੰਦਰਾਂ ਦੀ ਖਾਤਰ ਇੱਕ ਖੌਫਨਾਕ ਦੁਸ਼ਮਣ ਨਾਲ ਲੜਦੇ ਲੜਦੇ ਸ਼ਹੀਦ ਹੋ ਜਾਏ। ਜਨਾਬ ਸਪੀਕਰ ਸਾਹਿਬ, ਇਹ ਜਿਹੜਾ ਅੱਜ ਦਾ ਬਜਟ ਹੈ ਇਹ ਕੋਈ ਅੰਕੜਿਆਂ ਦਾ ਜਾਂ ਸਟੈਟਿਸਟਿਕਸ ਦਾ ਮਜਮੂਆ ਨਹੀਂ, ਬਲਕਿ ਇਹ ਪੰਜਾਬ ਦੇ ਲੋਕਾਂ ਦੀਆਂ ਜੋ ਸਾਡੀਆਂ ਕਦਰਾਂ ਹੈ ਔਰ ਜਿਹੜੇ ਸਾਡੀਆਂ ਆਰਜ਼ੂਆਂ ਹੈ ਉਹਨਾਂ ਦਾ ਇੱਕ ਇਜ਼ਾਰੀਆ ਹੈ। ਔਰ ਸਪੀਕਰ ਸਾਹਿਬ, ਅੱਜ ਦਾ ਜਿਹੜਾ ਬਜਟ ਮੈਂ ਪੇਸ਼ ਕਰਨ ਜਾ ਰਿਹਾ ਇਹ तमाम ਪੰਜਾਬੀਆਂ ਦੀਆਂ ਉਸ ਆਰਜ਼ੂਆਂ ਦੀ ਅਕਾਸੀ ਕਰਦਾ ਹੈ, ਭਾਵੇਂ ਉਹ ਪੰਜਾਬ 'ਚ ਰਹਿੰਦੇ ਹੈ ਤੇ ਭਾਵੇਂ ਉਹ ਪੰਜਾਬ ਤੋਂ ਬਾਹਰ ਰਹਿੰਦੇ ਹੈ। ਸਪੀਕਰ ਸਾਹਿਬ, ਤੁਸੀਂ, ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਇਨਸਾਨ ਦੀ ਜਿਹੜੀ ਯਾਦਾਸ਼ਤ ਹੈ ਉਹ ਬੜੀ ਕਮਜ਼ੋਰ ਹੁੰਦੀ ਹੈ, ਔਰ ਮੈਂ ਉਹ ਯਾਦਾਸ਼ਤ ਜਿਹੜੀ ਹੈ ਉਹ ਤਾਜ਼ੀ ਕਰਾਉਣ ਜਾ ਰਿਹਾ। ਜਦੋਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਪੰਜਾਬ ਦੀ ਜ਼ਿੰਮੇਵਾਰੀ ਸੰਭਾਲੀ ਸੀ, ਪਹਿਲੀ ਵਾਰ ਹੋਇਆ ਹੈ, ਕਦੀ ਵੀ ਪਹਿਲੀ ਵਾਰ ਹੋਇਆ ਕਿ ਕਿਸੇ ਸਟੇਟ ਦੀ ਟ੍ਰੈਜਰੀ ਨੂੰ ਆਰਬੀਆਈ ਨੇ ਬੰਦ ਕਰਤਾ। ਬੈਂਕਾਂ ਨੂੰ ਹਿਦਾਇਤ ਦਿੱਤੀ ਕਿ ਤੁਸੀਂ ਪੰਜਾਬ ਦਾ ਕੋਈ ਵੀ ਪੈਸਾ ਜਿਹੜਾ ਬਿੱਲ ਹੈ ਉਹ ਕਲੀਅਰ ਨਹੀਂ ਕਰਨਾ। ਔਰ ਸਪੀਕਰ ਸਾਹਿਬ, 29 ਤੋਂ ਲੈ ਕੇ 31 ਤਰੀਕ ਤਾਈਂ ਪੰਜਾਬ ਦੀ ਖਜ਼ਾਨਾ ਬੰਦ ਰਿਹਾ। 7,791 ਰੁਪਏ ਜਿਹੜੀਆਂ ਉਹ ਦੇਣਦਾਰੀਆਂ ਸਾਨੂੰ ਇੱਕ ਵਿਰਾਸਤ ਦੇ ਤੌਰ 'ਚ ਮਿਲੀਆਂ, ਔਰ 31,000 ਕਰੋੜ ਰੁਪਇਆ CCL ਦੀ ਜਿਹੜੀ ਗੈਪ ਫੰਡਿੰਗ ਹੈ ਉਹ ਵੀ ਕੈਪਟਨ ਸਾਹਿਬ ਤੇ ਉਹਨਾਂ ਦੀ ਸਰਕਾਰ ਨੂੰ। ਸਪੀਕਰ ਸਾਹਿਬ, ਤੁਸੀਂ ਤਸੱਵਰ ਕਰੋ, ਮਾੜਾ ਜਿਹਾ ਅੱਖ ਮੀਚ ਕੇ ਸੋਚੋ ਕਿ ਨਵੀਂ ਸਰਕਾਰ ਆਈ ਹੈ, ਉਹਦੇ ਸਾਹਮਣੇ ਕੀ ਚੈਲੰਜਸ ਹੈ, ਤੇ 38,000 ਕਰੋੜ ਦਾ ਬੋਝ ਪਹਿਲੇ ਦਿਨ ਜਿੱਦਣ ਸਰਕਾਰ ਸੰਭਾਲੀ। ਤੇ ਉਹਦੇ ਵਿੱਚੋਂ ਸਪੀਕਰ ਸਾਹਿਬ, ਮੈਂ ਅੱਜ ਇਹ ਕਹਿਣਾ ਚਾਹੁੰਦਾ ਕਿ ਇੱਕ ਮੀਆਂ ਮੁਹੰਮਦ ਬਖਸ਼ ਹੋਏ ਹੈ, ਬੜੇ ਆਲਾ ਸ਼ਾਇਰ ਹੋਏ ਨੇ ਪੰਜਾਬੀ ਦੇ, ਤੇ ਮੀਆਂ ਸਾਹਿਬ ਫਰਮਾਉਂਦਾ ਹੈ ਕਿ ਜੇ ਮੈਂ ਵੇਖਾਂ ਆਪਣੇ ਅਮਲਾਂ ਵੱਲੇ ਤਾਂ ਕੁਝ ਨਹੀਂ ਮੇਰੇ ਪੱਲੇ, ਤੇ ਜੇ ਮੈਂ ਵੇਖਾਂ ਉਸ ਦੀ ਰਹਿਮਤ ਵੱਲੇ ਤਾਂ ਫਿਰ ਬੱਲੇ 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 ਬੱਲੇ। ਸਪੀਕਰ ਸਾਹਿਬ, ਸਾਲ 'ਚ 365 ਦਿਨ ਹੁੰਦੇ ਆ, ਔਰ ਜਿਹੜਾ ਵਿਰਸਾ ਸਾਨੂੰ ਮਿਲਿਆ 2016-17 ਦਾ, 365 ਦਿਨਾਂ 'ਚ 179 ਦਿਨ ਸਟੇਟ ਓਵਰਡਰਾਫਟ 'ਚ ਰਿਹਾ। ਓਵਰਡਰਾਫਟ ਦਾ ਮਤਲਬ ਹੈ ਵੀ ਤੁਹਾਡੇ ਪੈਸੇ ਮੁੱਕ ਗਏ ਹੈ, ਹਰ ਦੂਜੇ ਦਿਨ ਤੁਹਾਨੂੰ ਰਿਜ਼ਰਵ ਬੈਂਕ ਕੋਲੇ ਫੇਰ ਕਰਜ਼ਾ ਲੈਣਾ ਪਿਆ ਸਟੇਟ ਚਲਾਉਣ ਵਾਸਤੇ। 365 ਦਿਨਾਂ 'ਚ 179। ਉਦੋਂ ਜਿਹੜਾ ਪਹਿਲਾ ਸਾਲ ਸੀ ਉਹਦੇ ਵਿੱਚ 148 ਦਿਨ, ਔਰ 44 ਦਿਨ ਸਪੀਕਰ ਸਾਹਿਬ ਸਾਡਾ ਸੂਬਾ ਡਬਲ ਓਵਰਡਰਾਫਟ 'ਚ ਰਿਹਾ। ਔਰ ਓਵਰਡਰਾਫਟ ਤੇ ਡਬਲ ਓਵਰਡਰਾਫਟ ਦਾ ਮਤਲਬ ਹੈ ਵੀ ਫਿਰ ਸਾਨੂੰ ਜਿਹੜੀ ਵਿਆਜ ਦੀ ਸ਼ਰ੍ਹਾ ਲੱਗਦੀ ਹੈ ਉਹ ਪੀਨਲ ਲੱਗਦੀ ਹੈ। ਔਰ ਸਪੀਕਰ ਸਾਹਿਬ, ਮੈਂ ਅੱਜ ਇਹ ਖੁਸ਼ੀ ਨਾਲ, ਮੇਰਾ ਇੱਕ ਖੁਸ਼ਨੁਮਾ ਫਰਜ਼ ਹੈ, ਮੈਂ ਇਸ ਹਾਊਸ ਨੂੰ ਦੱਸਾਂ ਕਿ ਇਨਸਾਨੀ ਤਵਾਰੀਖ ਦੇ ਵਿੱਚ ਕੋਈ ਐਸੀ ਮਿਸਾਲ ਨਹੀਂ ਮਿਲਦੀ। ਜਿਹੜਾ ਕੋਵਿਡ ਦਾ ਪੈਂਡੇਮਿਕ ਚੱਲਿਆ, ਵੱਡੇ ਵੱਡੇ ਮੁਲਕ ਜਿਹੜੇ ਹੈ ਉਹ ਲੜਖੜਾ ਗਏ, ਚਾਹੇ ਉਹ ਅਮਰੀਕਾ ਸੀ, ਕੈਨੇਡਾ ਸੀ। ਅੱਜ ਪ੍ਰੈਸ ਜਿਹੜੀ ਹੈ ਉਹ ਕੁਝ ਵੀ ਲਿਖਦੇ ਵੀ ਆਹ ਨਹੀਂ ਹੋਇਆ, ਇਹਦੇ 'ਚ ਕਮੀ ਰਹਿ ਗਈ, ਉਹ ਕਮੀ ਰਹਿ ਗਈ। ਪਰ ਸਪੀਕਰ ਸਾਹਿਬ, ਜਿਹੜਾ ਕੋਵਿਡ ਆਇਆ ਉਹਨੇ 3 ਮਹੀਨੇ ਨਾ ਕੋਈ ਐਕਸਾਈਜ਼ ਤੋਂ ਰੈਵਨਿਊ ਆਇਆ, ਕੁਝ ਠੇਕੇ ਬੰਦ ਰਹੇ, ਨਾ ਕੋਈ GST ਤੋਂ ਰੈਵਨਿਊ ਆਇਆ, ਪੈਸੇਂਜਰ ਟੈਕਸ ਨਹੀਂ ਆਇਆ, ਇੱਕ ਵੀ ਰਜਿਸਟਰੀ ਨਹੀਂ ਹੋਈ। ਇਹਨਾਂ ਹਾਲਾਤਾਂ ਦੇ ਵਿੱਚ ਸਪੀਕਰ ਸਾਹਿਬ, ਮੇਰਾ ਇਹ ਖੁਸ਼ਨੁਮਾ ਫਰਜ਼ ਹੈ ਕਿ ਮੈਂ ਤੁਹਾਡੇ ਮਾਰਫਤ ਇਸ ਮੁਕੱਦਸ ਹਾਊਸ ਨੂੰ ਇਤਲਾਹ ਕਰਾਂ
ਕਿ ਪਿਛਲੇ 4 ਸਾਲਾਂ 'ਚ ਜਦੋਂ ਦੇ ਕੈਪਟਨ ਸਾਹਿਬ ਆਏ ਹੈ ਸਟੇਟ ਇੱਕ ਵੀ ਦਿਨ ਡਬਲ ਓਵਰਡਰਾਫਟ 'ਚ ਨਹੀਂ ਗਿਆ, ਔਰ ਇਸ ਸਾਲ 'ਚ ਸਪੀਕਰ ਸਾਹਿਬ ਇੱਕ ਵੀ ਦਿਨ ਪੰਜਾਬ ਜਿਹੜਾ ਹੈ ਅਸੀਂ ਓਵਰਡਰਾਫਟ 'ਚ ਨਹੀਂ ਗਏ। ਇਹ ਜਿਹੜੀ ਕਿਸ਼ਤੀ ਹੈ ਇਹਨੂੰ ਕਿਨਾਰੇ ਲਾਇਆ। ਔਰ ਸਪੀਕਰ ਸਾਹਿਬ ਮੈਨੂੰ ਦੱਸਦੇ ਵੀ ਖੁਸ਼ੀ ਹੋ ਰਹੀ ਹੈ ਕਿ ਪਿਛਲੇ 2 ਸਾਲਾਂ 'ਚ ਪੰਜਾਬ ਨੇ ਇੱਕ ਸਿੰਕਿੰਗ ਕੰਸੋਲੀਡੇਟਿਡ ਫੰਡ ਹੁੰਦਾ ਹੈ, ਉਹਦੇ ਵਿੱਚ ਅਸੀਂ ਆਪਣੇ, ਔਰ ਮੈਂ ਜੇ ਤੁਹਾਨੂੰ ਸਾਦੀ ਪੰਜਾਬੀ 'ਚ ਦੱਸਾਂ, ਜਿਵੇਂ ਸਾਡੇ ਘਰਾਂ 'ਚ ਮਾਈਆਂ ਹੁੰਦੀਆਂ, ਸਾਡੀਆਂ ਮਾਵਾਂ ਹੁੰਦੀਆਂ, ਉਹ ਹਰ ਮਹੀਨੇ 2 ਮਹੀਨੇ 100 ਰੁਪਇਆ 500 ਰੁਪਇਆ ਅੱਡ ਰੱਖ ਲੈਂਦੀਆਂ, ਆਪਦੇ ਛੋਟੇ ਜਿਹੇ ਗੱਲੇ 'ਚ ਜਾਂ ਅਲਮਾਰੀ 'ਚ ਜਾਂ ਪੇਟੀ 'ਚ ਰੱਖ ਲੈਂਦੀਆਂ। ਸਪੀਕਰ ਸਾਹਿਬ ਹਰ ਕੁਆਟਰ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਭਾਵੇਂ 20 ਕਰੋੜ 50 ਕਰੋੜ 100 ਕਰੋੜ, ਔਰ ਅਸੀਂ ਇੱਕ ਪੰਜਾਬ ਦਾ ਸਿੰਕਿੰਗ ਕੰਸੋਲੀਡੇਟਿਡ ਫੰਡ ਇਹ ਤਿਆਰ ਕੀਤਾ ਹੈ। ਔਰ ਅੱਜ ਫਰਵਰੀ ਦੇ ਵਿੱਚ ਸਾਡੇ ਕੋਲੇ 1168 ਕਰੋੜ ਰੁਪਇਆ ਸਾਡਾ ਆਰਬੀਆਈ ਕੋਲੇ ਜਮ੍ਹਾਂ ਹੈ, ਸਾਡਾ ਜਮ੍ਹਾਂ ਹੈ। ਔਰ ਇਹ ਜਿੱਦਣ 5 ਸਾਲ ਦੀ ਮੁੱਦਤ ਹੁੰਦੀ ਹੈ, ਜਦੋਂ 4-5 ਹਜ਼ਾਰ ਕਰੋੜ ਹੋ ਜਾਊਗਾ ਸਪੀਕਰ ਸਾਹਿਬ, ਅਸੀਂ ਜਿਹੜੀ ਆਪਣੀ ਹਾਈ ਕਾਸਟ ਡੈਟ ਹੈ ਅਸੀਂ ਉਹਨੂੰ ਰਿਟਾਇਰ ਕਰ ਦਾਂਗੇ। ਉਸੇ ਤਰ੍ਹਾਂ ਹੀ ਸਪੀਕਰ ਸਾਹਿਬ ਇੱਕ ਸਰਕਾਰ ਦੀਆਂ ਪਾਲਿਸੀਆਂ ਦਾ ਆਪਣੇ ਸੂਬੇ ਦੇ ਅਰਥਚਾਰੇ ਤੇ ਕੀ ਅਸਰ ਹੁੰਦਾ ਹੈ, ਉਹਦਾ ਇੱਕ ਪੈਮਾਨਾ ਇਹ ਹੁੰਦਾ ਹੈ ਕਿ ਜਿਹੜੀ ਸੂਬੇ ਦੀ GSDP ਹੈ ਉਹ ਕਿੱਥੇ ਜੇ ਖੜੀ ਹੈ। ਸਪੀਕਰ ਸਾਹਿਬ ਇਹ ਕੋਵਿਡ ਵਾਲਾ ਸਾਲ ਤਾਂ ਛੱਡ ਦਿਓ, ਪਰ ਜਿਹੜੇ ਪਿਛਲੇ 3 ਸਾਲ ਗੁਜ਼ਰੇ ਪੰਜਾਬ ਦੀ ਜਿਹੜੀ ਵਿਕਾਸ ਦੀ GSDP ਦੀ ਸ਼ਰ੍ਹਾ ਸੀ ਉਹ 10.43 ਸੀ, 10.43। ਔਰ ਇਹ ਮੈਂ ਆਪਣੇ ਉਸ ਤੋਂ ਨਹੀਂ ਬੋਲ ਰਿਹਾ, ਇਹ ਗਵਰਨਮੈਂਟ ਆਫ ਇੰਡੀਆ ਦੇ ਇਕਨੋਮਿਕ ਸਰਵੇ ਦੀ ਰਿਪੋਰਟ ਹੈ ਕਿ ਪੰਜਾਬ ਵਾਸ one of the fastest growing states, ਜਿਹੜਾ 10.43 ਤੇ। ਔਰ ਜਿਹੜੀ ਸਾਬਕਾ ਸਰਕਾਰ ਸੀ ਸਪੀਕਰ ਸਾਹਿਬ, ਇਹਨਾਂ ਦੀ 5 ਸਾਲ ਦੀ ਜਿਹੜੀ ਗਰੋਥ ਰੇਟ ਸੀ ਉਹ 8.87 ਸੀ। ਸਪੀਕਰ ਸਾਹਿਬ ਜਿਹੜੇ ਟੋਟਲ ਰੈਵਨਿਊ ਰਿਸੀਟਸ ਹੈ ਕਿ ਸੂਬੇ ਨੂੰ ਟੋਟਲ ਆਮਦਨ ਕਿੰਨੀ ਹੋਈ, ਜਿਸ ਵੇਲੇ ਸਰਕਾਰ ਸੰਭਾਲੀ ਸੀ 47,985 ਕਰੋੜ ਸੀ, ਹੁਣ ਇਹ ਵੱਧ ਕੇ 95,258 ਹੋ ਗਈ ਹੈ। ਇਹਦਾ ਮਤਲਬ ਇਹ ਇਜ਼ਾਫਾ ਹੋਇਆ ਹੈ 98.52। ਸਪੀਕਰ ਸਾਹਿਬ ਦੁੱਗਣੀ ਹੋ ਗਈ ਹੈ। ਸਾਡੇ ਟੈਕਸ ਜਿਹੜੇ ਰਿਸੀਟਸ ਹੈ ਇਹ ਜਦੋਂ ਦੇ ਕਾਂਗਰਸ ਪਾਰਟੀ ਆਈ ਹੈ ਇਹ ਦੁੱਗਣੇ ਹੋ ਗਏ ਹੈ। ਐਕਸਾਈਜ਼ ਡਿਊਟੀ ਦੇ ਵਿੱਚ 52% ਇਜ਼ਾਫਾ ਹੋਇਆ ਹੈ, ਸਟੈਂਪ ਡਿਊਟੀ ਦੇ ਵਿੱਚ 41%। ਔਰ ਹਾਲਾਂਕਿ ਸਟੈਂਪ ਡਿਊਟੀ ਅਸੀਂ 9 ਜਿਹੜੇ ਸ਼ਹਿਰੀ ਖੇਤਰ ਵਾਸਤੇ 9 ਤੋਂ 6 ਤੇ ਲੈ ਕੇ ਆਏ ਸੀ, ਉਸ ਦੇ ਬਾਵਜੂਦ ਵੀ 41% ਦਾ ਇਜ਼ਾਫਾ ਹੈ। ਨੌਨ ਟੈਕਸ ਰੈਵਨਿਊਜ਼ ਦੇ ਵਿੱਚ ਸਪੀਕਰ ਸਾਹਿਬ 32% ਇਜ਼ਾਫਾ ਹੈ। ਔਰ ਇਹ ਹਾਊਸ ਸ਼ਾਇਦ ਜਾਣਦੇ ਹੋਣਗੇ ਕਿ ਜਿਸ ਦਿਨ ਮੈਂ ਪਹਿਲਾ ਬਜਟ ਪੇਸ਼ ਕੀਤਾ ਸੀ, ਉਸ ਬਜਟ ਦੇ ਵਿੱਚ 10,000 ਕਰੋੜ ਰੁਪਇਆ ਰਿਸੋਰਸ ਗੈਪ ਫੰਡਿੰਗ ਸੀ। ਬਜਟ ਪੇਸ਼ ਹੋ ਗਿਆ ਪਰ 10,000 ਕਰੋੜ ਕਿੱਥੋਂ ਆਊਗਾ ਇਹ ਪਤਾ ਨਹੀਂ ਸੀਗਾ। ਦੂਜੇ ਸਾਲ 'ਚ ਇਹਨੂੰ ਘਟਾ ਕੇ 4,000 ਕੀਤਾ, ਪਿਛਲੇ ਉਦੋਂ ਅਗਲੇ ਸਾਲ 23,000 ਕਰੋੜ ਕੀਤਾ, 2300 ਕਰੋੜ ਕੀਤਾ। ਸਪੀਕਰ ਸਾਹਿਬ ਮੇਰਾ ਇਹ ਖੁਸ਼ਨੁਮਾ ਫਰਜ਼ ਹੈ ਕਿ ਪਿਛਲਾ ਬਜਟ ਔਰ ਜਿਹੜਾ ਬਜਟ ਅੱਜ ਪੇਸ਼ ਹੋਣ ਜਾ ਰਿਹਾ ਹੈ ਇਹਦੇ 'ਚ ਰਿਸੋਰਸ ਗੈਪ ਫੰਡਿੰਗ 0 ਹੈ। ਜੋ ਪੈਸੇ ਸਾਡੇ ਕੋਲੇ ਹੈ ਉਹੀ ਬਜਟ ਬਣਾਇਆ, ਇਦੋਂ ਉੱਤੇ ਕੋਈ ਬਜਟ ਨਹੀਂ ਬਣਾਇਆ। ਸਪੀਕਰ ਸਾਹਿਬ ਉਸੇ ਤਰ੍ਹਾਂ ਹੀ ਪੰਜਾਬ ਦੀ ਜਿਹੜੀ ਫੀ ਕਸ ਆਮਦਨੀ ਹੈ ਇਹਦੇ ਵਿੱਚ 1,28,780 ਕਰੋੜ ਤੋਂ ਵੱਧ ਕੇ ਲੱਖ ਤੋਂ ਵੱਧ ਕੇ 1,66,830, ਜਿਹੜਾ ਕਿ ਨੈਸ਼ਨਲ ਐਵਰੇਜ ਨਾਲੋਂ ਅਜੇ ਵੀ 24% ਜ਼ਿਆਦਾ ਹੈ। ਮੈਂ ਇਸ ਤੇ ਸੰਤੁਸ਼ਟ ਨਹੀਂ ਹੈ, ਮੈਂ ਮੁਤਮਈਨ ਨਹੀਂ ਹੈ। ਪੰਜਾਬ ਜਿਹੜਾ ਹੈ ਇਹ 1 ਨੰਬਰ ਦਾ ਸੂਬਾ ਹੁੰਦਾ ਸੀ, ਅੱਜ ਅਸੀਂ 10ਵੇਂ ਥਾਂ ਤੇ ਪੰਜਾਬ ਨੂੰ 1 ਨੰਬਰ ਤੇ ਫੇਰ ਲੈ ਕੇ ਆਉਣਾ ਹੈ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।